ਹੌਲੀ ਹੌਲੀ ਇਹ ਜਿਹੜਾ ਨਨਕਾਣੇ ਦਾ ਪ੍ਰਬੰਧ ਸੀ ਇਹ ਸੇਵਾ ਰਾਮ ਮਹੰਤ ਦੇ ਕੋਲ ਆਇਆ। ਰਣਜੀਤ ਸਿੰਘ ਦਾ ਰਾਜ ਜਾ ਚੁੱਕਾ ਸੀ। ਸੇਵਾ ਰਾਮ ਮਹੰਤ ਨੇ ਬਹੁਤ ਭੈੜੀਆਂ ਕਰਤੂਤਾਂ ਗੁਰਦੁਆਰੇ 'ਚ ਕੀਤੀਆਂ। ਸਰੀਰ ਦੇ ਇੱਕ ਬੜੇ ਮਾੜੇ ਮੌਤ ਦੇ ਨਾਲ ਰੋਗ ਦੇ ਨਾਲ ਉਸ ਦੀ ਮੌਤ ਹੋਈ ਅਤੇ ਉਸ ਤੋਂ ਬਾਅਦ ਉਹਦਾ ਅਗਲਾ ਚੇਲਾ ਜਿਹੜਾ ਸੀ ਕਿਸ਼ਨ ਦਾਸ ਗੱਦੀ 'ਤੇ ਬੈਠਾ। ਕਿਸ਼ਨ ਦਾਸ ਨੇ ਵੀ ਇਹੀ ਕੰਮ ਜਾਰੀ ਰੱਖੇ। ਗੁਰਦੁਆਰਿਆਂ ਦੇ ਵਿੱਚ ਮੁਜ਼ਰੇ ਲੱਗਦੇ ਰਹੇ, ਵੇਸਵਾਵਾਂ ਨਚਾਈਆਂ ਜਾਂਦੀਆਂ ਰਹੀਆਂ, ਮੱਥਾ ਟੇਕਣ ਆਈਆਂ ਬੱਚੀਆਂ ਦੇ ਨਾਲ ਬਲਾਤਕਾਰ ਹੁੰਦੇ ਰਹੇ। ਕਿਸ਼ਨ ਦਾਸ ਦੀ ਮੌਤ ਵੀ ਇਸੇ ਤਰ੍ਹਾਂ ਦੀ ਇੱਕ ਬੜੀ ਭਿਆਨਕ ਬਿਮਾਰੀ ਦੇ ਨਾਲ ਹੋਈ ਅਤੇ ਗੱਦੀ ਦੇ ਉੱਪਰ ਨਰਾਇਣ ਦਾਸ ਬੈਠਾ। ਹੁਣ ਅੰਗਰੇਜ਼ਾਂ ਨੇ ਇੱਕ ਬੜੀ ਨੀਤੀ ਦੇ ਨਾਲ ਇੱਕ ਖੇਡ ਖੇਡੀ ਹੈ। ਕੋਈ ਸਮਾਂ ਉਹ ਸੀ ਜਦੋਂ ਇੱਕ ਮਹੰਤ ਦੀ ਮੌਤ ਹੋ ਜਾਂਦੀ ਸੀ ਨਾ ਤੇ ਇਲਾਕੇ ਦੀ ਸੰਗਤ ਜਿਹੜੀ ਸੀ ਉਹ ਇਕੱਠੀ ਹੋ ਕੇ ਅਗਲੇ ਮਹੰਤ ਨੂੰ ਚੁਣਦੀ ਸੀ ਤੇ ਕੁਦਰਤਨ ਕਈ ਵਾਰੀ ਚੰਗਾ ਮਹੰਤ ਵੀ ਚੁਣਿਆ ਜਾਂਦਾ ਸੀ। ਪਰ ਅੰਗਰੇਜ਼ਾਂ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਕਿਸੇ ਮਹੰਤ ਦੀ ਮੌਤ ਤੋਂ ਬਾਅਦ ਜਿਹੜਾ ਅਗਲਾ ਮਹੰਤ ਹੈ ਉਹ ਅੰਗਰੇਜ਼ਾਂ ਦਾ ਰੈਵਨਿਊ ਆਫਿਸਰ ਜਿਹੜਾ ਹੈ ਉਹ ਤੈਅ ਕਰੇਗਾ ਤੇ ਰੈਵਨਿਊ ਡਿਪਾਰਟਮੈਂਟ ਜਿਹੜਾ ਸੀ ਉਹ ਡਿਪਟੀ ਕਮਿਸ਼ਨਰ ਦੇ ਥੱਲੇ ਹੁੰਦਾ ਸੀ। ਹੁਣ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਗਈਆਂ ਨੇ, ਮਹੰਤ, ਗੁਰਦੁਆਰੇ ਦੀ ਜਾਇਦਾਦ ਤੇ ਅੰਗਰੇਜ਼ਾਂ ਦੀ ਦਖਲ ਅੰਦਾਜ਼ੀ। ਤੇ ਕੁਦਰਤਨ ਜਦੋਂ ਹਜ਼ਾਰਾਂ ਏਕੜਾਂ ਦਾ ਰੈਵਨਿਊ ਹੋਵੇ, ਉਹਦੇ ਵਿੱਚ ਧੋਖਾਧੜੀਆਂ ਕਰਨੀਆਂ ਹੋਣ, ਅੰਗਰੇਜ਼ਾਂ ਨੂੰ ਰਿਸ਼ਵਤ ਦੇ ਰੂਪ 'ਚ ਪੈਸੇ ਜਾਂਦੇ ਹੋਣ ਤੇ ਅੰਗਰੇਜ਼ ਕਿਉਂ ਨਹੀਂ ਉਸ ਦੀ ਮਦਦ ਕਰਨਗੇ। ਅੰਗਰੇਜ਼ਾਂ ਨੇ ਮਹੰਤ ਦੀ ਮਦਦ ਇਸੇ ਕਰਕੇ ਕੀਤੀ। 15 ਦਸੰਬਰ 1920 ਦੇ ਵਿੱਚ ਇੱਕ ਸਰਕੂਲਰ ਜਾਰੀ ਹੋਇਆ ਜਿਹੜਾ ਲਾਹੌਰ ਦੇ ਕਮਿਸ਼ਨਰ ਮਿਸਟਰ ਕਿੰਗ ਨੇ ਜਾਰੀ ਕੀਤਾ। ਮਿਸਟਰ ਕਿੰਗ ਨੇ ਉਸ ਸਰਕੂਲਰ ਦੇ ਵਿੱਚ ਪਤਾ ਕੀ ਲਿਖਿਆ ਕਿ ਮਹੰਤ ਨਰਾਇਣ ਦਾਸ ਮੇਰਾ ਖਾਸ ਵਿਅਕਤੀ ਹੈ ਤੇ ਇਹ ਕਿਸੇ ਵੀ ਅਸਲਾ ਡੀਲਰ ਦੇ ਕੋਲੋਂ ਕੋਈ ਵੀ ਹਥਿਆਰ ਖਰੀਦਣਾ ਚਾਹਵੇ ਇਸ ਨੂੰ ਨਾ ਕੀਤੀ ਜਾਵੇ। ਇਹ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ। ਇਹ ਸਬੰਧ ਬਣ ਗਏ। ਇਹ ਬਿਲਕੁਲ ਉਸੇ ਤਰ੍ਹਾਂ ਦੇ ਸਬੰਧ ਨੇ ਜਿਸ ਤਰ੍ਹਾਂ ਅੱਜ ਸਾਡਾ ਨੂੰ ਸਰਕਾਰੀ ਸਰਪ੍ਰਸਤੀ ਮਿਲਦੀ ਹੈ, ਉਹਨਾਂ ਸਮਿਆਂ ਦੇ ਵਿੱਚ ਵੀ ਮਿਲੀ। ਕਿਉਂਕਿ ਗੱਲ ਜਿਹੜੀ ਹੈ ਉਹ ਸਾਰੀ ਆਰਥਿਕ ਸਰੋਤਾਂ ਦੀ ਹੈ, ਸ਼ਰਧਾ ਦੀ ਗੱਲ ਨਹੀਂ ਹੈ, ਧਰਮ ਦੀ ਗੱਲ ਨਹੀਂ ਹੈ, ਵਿਸ਼ਵਾਸ ਦੀ ਗੱਲ ਨਹੀਂ ਹੈ। ਰੈਵਨਿਊ ਸਿਸਟਮ ਦੇ ਅਧੀਨ ਲਿਆਂਦੇ ਗਏ ਸਾਡੇ ਗੁਰਦੁਆਰੇ। ਔਰ ਇਹਨਾਂ ਗੁਰਦੁਆਰਿਆਂ ਦੇ ਅੰਦਰ ਹੁੰਦੇ ਕੁਕਰਮਾਂ ਦਾ ਜਦੋਂ ਸਿੱਖਾਂ ਨੂੰ ਪਤਾ ਲੱਗਾ ਤੇ ਸਿੱਖਾਂ ਨੇ ਹੌਲੀ ਹੌਲੀ ਤਰਨਤਾਰਨ ਸਾਹਿਬ ਦਾ, ਕੁਝ ਹੋਰ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਸੀ ਆਪਣੇ ਅਧੀਨ ਲਿਆ। ਇੱਕ ਗੱਲ ਜ਼ਰੂਰ ਅਕਾਲੀ ਲੀਡਰਸ਼ਿਪ ਬੇਸ਼ੱਕ ਉਸ ਵੇਲੇ ਬੜੀ ਸੂਝਵਾਨ ਸੀ, ਇਹਨਾਂ ਨੇ ਇੱਕ ਗਲਤੀ ਬੜੀ ਵੱਡੀ ਕੀਤੀ ਕਿ ਜਦੋਂ ਪੌਂਟਾ ਸਾਹਿਬ ਦਾ ਪ੍ਰਬੰਧ ਹਰੀਆਂ ਵੇਲਿਆਂ ਵਾਲੇ ਨਿਹੰਗ ਸਿੰਘਾਂ ਨੇ ਲੈ ਲਿਆ, ਉਹਨਾਂ ਨੇ ਧੱਕੇ ਦੇ ਨਾਲ ਲਿਆ, ਜੁਰਤ ਦੇ ਨਾਲ ਲਿਆ, ਸ਼ਾਂਤਮਈ ਤਰੀਕੇ ਦੇ ਨਾਲ ਨਹੀਂ ਲਿਆ ਤੇ ਕੋਈ ਜ਼ਿਆਦਾ ਨੁਕਸਾਨ ਵੀ ਨਹੀਂ ਹੋਇਆ। ਉਸ ਤੋਂ ਬਾਅਦ ਜਿਹੜੀ ਬੱਬਰ ਅਕਾਲੀ ਲਹਿਰ 1920 'ਚ ਪੈਦਾ ਹੋਈ ਆ, ਉਸਨੇ ਪੇਸ਼ਕਸ਼ ਕੀਤੀ ਕਿ ਅਸੀਂ, ਕਿਉਂਕਿ ਉਹ ਗਰਮ ਧੜਾ ਸੀ ਬੱਬਰ ਅਕਾਲੀ ਲਹਿਰ, ਕਿ ਪ੍ਰਬੰਧ ਅਸੀਂ ਲੈ ਲੈਂਦੇ ਹਾਂ ਪਰ ਅਕਾਲੀ ਦਲ ਨੇ ਉਹਨਾਂ ਦੇ ਨਾਲ ਕੋਈ ਵਧੀਆ ਸੰਬੰਧ ਨਹੀਂ ਰੱਖੇ। ਮੇਰੇ ਖਿਆਲ ਦੇ ਨਾਲ ਜੇ ਉਸ ਸਮੇਂ ਬੱਬਰ ਅਕਾਲੀ ਲਹਿਰ ਨੂੰ ਆਪਣੀ ਲਹਿਰ ਦਾ ਇੱਕ ਜੁਝਾਰੂ ਵਿੰਗ ਦੇ ਤੌਰ ਤੇ ਮਾਨਤਾ ਦਿੱਤੀ ਜਾਂਦੀ ਤਾਂ ਸ਼ਾਇਦ ਇਹ ਗੁਰਧਾਮਾਂ ਦੇ ਪ੍ਰਬੰਧ ਲੈਣ ਦੇ ਵਿੱਚ ਇੰਨੀਆਂ ਸ਼ਹਾਦਤਾਂ ਨਾ ਦੇਣੀਆਂ ਪੈਂਦੀਆਂ। ਪਰ ਅਕਾਲੀ ਲੀਡਰਸ਼ਿਪ ਦੇ ਵਿੱਚ ਵੀ ਬਹੁਤ ਸਾਰੇ ਐਸੇ ਲੀਡਰ ਸੀ ਜਿਹੜੇ ਮਹਾਤਮਾ ਗਾਂਧੀ ਦੀ ਗੱਲ ਦੇ ਉੱਪਰ ਵਿਸ਼ਵਾਸ ਕਰਦੇ ਸੀ ਤੇ ਗਾਂਧੀ ਨੇ ਅਕਾਲੀ ਲੀਡਰਸ਼ਿਪ ਨੂੰ ਇਹ ਕਹਿ ਛੱਡਿਆ ਸੀ ਕਿ ਜਦੋਂ ਦੇਸ਼ ਆਜ਼ਾਦ ਹੋ ਗਿਆ ਨਾ ਤੇ ਉਹਦੀ ਸਾਰਾ ਗੁਰਦੁਆਰਿਆਂ ਦਾ ਪ੍ਰਬੰਧ ਤੁਹਾਨੂੰ ਦੇ ਦੇਣਾ, ਤੁਹਾਨੂੰ ਹੁਣ ਚਿੰਤਾ ਕਰਨ ਦੀ ਲੋੜ ਨਹੀਂ, ਤੁਸੀਂ ਨਾਮ ਮਿਲਵਰਤਨ ਅੰਦੋਲਨ ਦੇ ਵਿੱਚ ਮੇਰਾ ਸਾਥ ਦਿਓ। ਇਹ ਸਿੱਖਾਂ ਦੀ ਗਲਤੀ ਸੀ। ਮਹੰਤਾਂ ਦੇ ਕੋਲੋਂ ਤਾਂ ਤੁਸੀਂ ਗੁਰਦੁਆਰੇ ਆਜ਼ਾਦ ਕਰਾ ਲਏ ਸ਼ਹਾਦਤਾਂ ਦੇ ਕੇ, ਪਰ ਹੁਣ ਨਵੇਂ ਮਹੰਤਾਂ ਦੇ ਕੋਲੋਂ ਆਜ਼ਾਦ ਕਰਾਉਣੇ ਬੜੇ ਔਖੇ। ਨਵੇਂ ਮਹੰਤਾਂ ਦੇ ਕੋਲੋਂ ਆਜ਼ਾਦ ਕਰਾਉਣੇ ਬਹੁਤ ਔਖੇ। ਖੈਰ, ਉਸ ਵੇਲੇ ਜਿਹੜੀ ਸਿੱਖ ਲੀਡਰਸ਼ਿਪ ਹੈ ਉਸ ਦੀ ਕੋਸ਼ਿਸ਼ ਹੈ ਕਿ ਗੁਰਦੁਆਰੇ ਨੂੰ ਆਪਣੇ ਪ੍ਰਬੰਧ ਦੇ ਅਧੀਨ ਲਿਆਂਦਾ ਜਾਵੇ। ਤੇ ਫਿਰ ਇੱਕ ਚਾਲ ਬ੍ਰਿਟਿਸ਼ ਨੇ ਹੋਰ ਖੇਡੀ, ਜਿਸ ਨੂੰ ਡਿਵਾਈਡ ਐਂਡ ਰੂਲ ਦੀ ਗੱਲ ਕਰਦੇ ਨਾ, ਉਹ ਸਿੱਖਾਂ ਤੇ ਮਰਾਠਿਆਂ ਨੇ ਵੀ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਰਲ ਕੇ ਮੁਕਾਬਲਾ ਕੀਤਾ ਸੀ, ਅੰਗਰੇਜ਼ਾਂ ਨੇ ਉਹ ਚਾਲ ਉਦੋਂ ਵੀ ਖੇਡੀ। ਉਸ ਤੋਂ ਬਾਅਦ ਸਿੱਖਾਂ ਦੀ ਧਾਰਮਿਕ ਤੌਰ ਤੇ ਜਾਤੀਵਾਦ ਦੀ ਵੰਡ ਕਰਨ ਦੇ ਵਾਸਤੇ ਜਿਹੜੀ ਦੂਜੀ ਅਹਿਮ ਗੱਲ ਹੋਈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਦਲਿਤ ਪਰਿਵਾਰ ਅੰਮ੍ਰਿਤਧਾਰੀ ਹੋ ਕੇ
ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਗਿਆ। ਪ੍ਰਬੰਧ ਮਹੰਤਾਂ ਦੇ ਕੋਲ ਸੀ। ਉਹਨਾਂ ਦੀ ਅਰਦਾਸ ਕਰਨ ਤੋਂ ਤੇ ਉਹਨਾਂ ਦਾ ਪ੍ਰਸ਼ਾਦ ਚੜਾਉਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਵਾਪਸ ਆਇਆ, ਲੋਕਾਂ ਦੇ ਵਿੱਚ ਇਹ ਗੱਲ ਫੈਲ ਗਈ। ਹਾਲਾਂਕਿ ਇਹ ਉਹ ਕੌਮੀਅਤ ਸੀ ਜਿਸ ਕੌਮੀਅਤ ਦੇ ਰਹਿਬਰ ਨੇ ਖਾਲਸਾ ਸਜਾਉਣ ਵੇਲੇ ਜਾਤ ਪਾਤ ਦਾ ਖੰਡਨ ਕਰ ਦਿੱਤਾ ਸੀ। ਜਿਸ ਰਹਿਬਰ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ ਸੀ, ਜਿਨਕੀ ਜਾਤ ਪਾਤ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ ਤਿਨਹੀ ਕੋ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾ। ਜਿੱਥੇ ਜਾਤ ਪਾਤ ਕੁਲ ਪਰੰਪਰਾ ਦਾ ਬਿਲਕੁਲ ਖੰਡਨ ਸੀ, ਉੱਥੇ ਇਸ ਪੁਜਾਰੀਵਾਦ ਨੇ ਜਾਤੀਵਾਦ ਨੂੰ ਅੱਗੇ ਲਿਆਂਦਾ। ਜਦੋਂ ਅੰਗਰੇਜ਼ਾਂ ਤੱਕ ਇਹ ਗੱਲ ਗਈ ਤੇ ਉਹਨਾਂ ਨੇ ਉਸ ਪਰਿਵਾਰ ਦੇ ਨਾਲ ਸੰਪਰਕ ਕੀਤਾ ਤੇ ਸੰਪਰਕ ਕਰਕੇ ਕਹਿੰਦੇ ਤੁਸੀਂ ਅੰਦਰ ਹੀ ਜਾਣਾ ਹੈ ਨਾ, ਸਾਡਾ ਧਰਮ ਧਾਰਨ ਕਰਕੇ ਵੇਖੋ। ਉਸ ਪਰਿਵਾਰ ਨੇ ਈਸਾਈ ਧਰਮ ਧਾਰਨ ਕੀਤਾ ਤੇ ਈਸਾਈਆਂ ਦਾ ਪਾਦਰੀ ਦਰਬਾਰ ਸਾਹਿਬ ਨਾਲ ਲੈ ਕੇ ਗਿਆ ਤੇ ਜਿਹੜੇ ਉਸ ਵੇਲੇ ਦੇ ਪੁਜਾਰੀ ਸੀ ਉਹ ਬ੍ਰਿਟਿਸ਼ ਤੋਂ ਨਾਲ ਮਿਲੇ ਹੋਏ ਸੀ। ਉਹਨਾਂ ਨੇ ਉਸ ਪਰਿਵਾਰ ਦਾ ਆਦਰ ਮਾਣ ਕੀਤਾ, ਸਤਿਕਾਰ ਕੀਤਾ। ਹੁਣ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਇਹ ਗੱਲ ਆ ਗਈ ਕਿ ਜੇਕਰ ਅਸੀਂ ਦਲਿਤ ਬਰਾਦਰੀ ਚੋਂ ਸਿੱਖ ਸੱਜਦੇ ਹਾਂ ਤੇ ਸਾਡਾ ਪ੍ਰਸ਼ਾਦ ਸਵੀਕਾਰ ਨਹੀਂ ਕੀਤਾ ਜਾਂਦਾ, ਅਸੀਂ ਈਸਾਈ ਬਣਦੇ ਹਾਂ ਤੇ ਅਸੀਂ ਟੌਰ ਦੇ ਨਾਲ ਦਰਬਾਰ ਸਾਹਿਬ ਜਾਂਦੇ ਹਾਂ। ਕੁਦਰਤੀ ਇਸ ਗੱਲ ਦਾ ਅਸਰ ਹੁੰਦਾ। ਜਦੋਂ ਸਿੱਖ ਲੀਡਰਸ਼ਿਪ ਦੇ ਵਿੱਚ ਇਹ ਗੱਲ ਆਈ ਤਾਂ ਅੱਜ ਵੀ ਸਮੱਸਿਆ ਸਾਡੇ ਸਾਹਮਣੇ ਜਾਤੀਵਾਦ ਦੀ। ਸਿੱਖ ਲੀਡਰਸ਼ਿਪ ਕੋਈ ਨਿੱਗਰ ਫੈਸਲਾ ਨਹੀਂ ਲੈ ਰਹੀ, ਪਰ ਉਸ ਵੇਲੇ ਸਿੱਖ ਲੀਡਰਸ਼ਿਪ ਨੇ ਇੱਕ ਨਿੱਗਰ ਫੈਸਲਾ ਲਿਆ ਕਿ ਅਸੀਂ ਦਲਿਤ ਪਰਿਵਾਰਾਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਦਰਬਾਰ ਸਾਹਿਬ ਲੈ ਕੇ ਜਾਵਾਂਗੇ, ਵੇਖਾਂਗੇ ਕਿਹੜਾ ਪ੍ਰਸ਼ਾਦ ਨਹੀਂ ਕਰਾਉਣ ਦਿੰਦਾ। ਇਹ ਫੈਸਲਾ ਬਾਬਾ ਕੇਰ ਸਿੰਘ ਪੱਟੀ ਹੋਣਾ ਨੇ, ਅਮਰ ਸਿੰਘ ਝਬਾਲ ਹੋਣਾ ਨੇ, ਕਰਤਾਰ ਸਿੰਘ ਝੱਬਰ ਹੋਣਾ ਨੇ, ਇਹਦੀ ਜਿਹੜੀ ਸਾਰੀ ਲੀਡਰਸ਼ਿਪ ਸੀ ਉਸ ਵੇਲੇ ਦੀ ਸਿੱਖਾਂ ਦੀ, ਉਹਨਾਂ ਨੇ ਇਹ ਫੈਸਲਾ ਲਿਆ। ਉਹਨਾਂ ਨੂੰ ਲੈ ਕੇ ਗਏ ਤੇ ਜਦੋਂ ਮਹੰਤਾਂ ਨੂੰ ਪਤਾ ਲੱਗਾ ਕਿ ਹੁਣ ਖਾਲਸਾ ਜੁਝਾਰੂ ਰੂਪ ਦੇ ਵਿੱਚ ਆਇਆ ਹੈ, ਉਹਨਾਂ ਨੇ ਪ੍ਰਸ਼ਾਦ ਵੀ ਪ੍ਰਵਾਨ ਕੀਤਾ, ਉੱਥੇ ਅਰਦਾਸ ਵੀ ਹੋਈ। ਇਸ ਦਾ ਮਤਲਬ ਕਿ ਜੇ ਸਿੱਖ ਲੀਡਰਸ਼ਿਪ ਨੇ ਮਹਿਸੂਸ ਕੀਤਾ ਕਿ ਉਸ ਵੇਲੇ ਸਿੱਖਾਂ ਨੂੰ ਦਲਿਤਾਂ ਦੇ ਨਾਲੋਂ ਵੰਡਿਆ ਜਾ ਰਿਹਾ ਹੈ, ਉਹਨਾਂ ਇੱਕਦਮ ਉਸ ਦੇ ਹੱਲ ਦੇ ਬਾਰੇ ਸੋਚਿਆ। ਅੱਜ ਨਹੀਂ ਸੋਚਿਆ ਜਾ ਰਿਹਾ। ਇਹ ਵੰਡ ਅੱਜ ਵੀ ਜਾਰੀ ਹੈ, ਇਹ ਸਭ ਕੁਝ ਅੱਜ ਵੀ ਹੋ ਰਿਹਾ ਹੈ। ਜਾਤੀਵਾਦ ਅੱਜ ਵੀ ਸਾਡੇ ਵਿੱਚ ਹੈ। ਬਹੁਤ ਸਾਰੇ ਡੇਰੇ ਐਸੇ ਨੇ ਜਿੱਥੇ ਗੁਰਦੁਆਰਿਆਂ ਦੇ ਅੰਦਰ ਲੰਗਰਾਂ ਦੇ ਵਿੱਚ ਲਿਖਿਆ ਜਾਂਦਾ ਕਿ ਜ਼ਿਮੀਂਦਾਰਾਂ ਦੇ ਭਾਂਡੇ ਇੱਥੇ ਰੱਖੇ ਜਾਂਦੇ। ਇਹ ਜਾਤੀਵਾਦ, ਇਹ ਤਾਂ ਸਾਡੇ ਧਰਮ ਦਾ ਹਿੱਸਾ ਨਹੀਂ ਸੀ। ਸੋ ਸਿੱਖ ਲੀਡਰਸ਼ਿਪ ਨੇ ਉਸ ਵੇਲੇ ਬੜਾ ਵਧੀਆ ਤਰੀਕੇ ਦੇ ਨਾਲ ਉਸ ਨੂੰ ਹੱਲ ਕੀਤਾ ਤੇ ਇਹ ਜਿੰਨੀਆਂ ਵੀ ਉਸ ਵੇਲੇ ਦੀਆਂ ਅਖੌਤੀ ਦਲਿਤ ਜਾਤੀਆਂ, ਕਿਉਂਕਿ ਧਰਮ ਦੇ ਵਿੱਚ ਸਾਡੇ ਜਾਤ ਪਾਤ ਦਾ ਕੋਈ ਵਿਧਾਨ ਨਹੀਂ ਹੈ, ਇਹਨਾਂ ਸਾਰਿਆਂ ਨੇ ਸਿੱਖ ਧਰਮ ਦੇ ਨਾਲ ਜੁੜਨਾ ਸ਼ੁਰੂ ਕੀਤਾ। ਤਰਨਤਾਰਨ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥ ਦੇ ਵਿੱਚ ਆਇਆ, ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥ ਦੇ ਵਿੱਚ ਆਇਆ, ਪਾਉਂਟਾ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹੱਥ ਦੇ ਵਿੱਚ ਆਇਆ, ਗੁਰਦੁਆਰਾ ਸੱਚਾ ਸੌਦਾ ਦਾ ਪ੍ਰਬੰਧ ਸਿੱਖਾਂ ਦੇ ਹੱਥ ਦੇ ਵਿੱਚ ਆਇਆ ਤੇ ਜਿਹੜਾ ਗੁਰਦੁਆਰਾ ਭਾਈ ਜੋਗਾ ਸਿੰਘ ਦਾ ਪੇਸ਼ਾਵਰ ਵਾਲਾ ਹੈ ਉਹਦਾ ਪ੍ਰਬੰਧ ਬਾਅਦ ਦੇ ਵਿੱਚ ਆਇਆ। ਉਹ ਖੈਰ ਇੱਕ ਲੰਮੀ ਗਾਥਾ ਹੈ, ਬਾਅਦ 'ਚ ਕਿਤੇ ਸਾਂਝੀ ਕਰਾਂਗੇ। ਸੋ ਨਨਕਾਣਾ ਸਾਹਿਬ ਦੇ ਸਮੇਂ ਮਹੰਤ ਨਾਰਾਇਣ ਦਾਸ ਜਿਹੜਾ, ਇਹਦੀ ਇੱਕ ਮੀਟਿੰਗ ਜਿਹੜੀ ਹੈ ਉਹ ਸੰਗਲ ਵਾਲੇ ਅਖਾੜੇ ਹੋਈ। ਦਰਬਾਰ ਸਾਹਿਬ ਤੁਸੀਂ ਜਾਂਦੇ ਹੋ, ਅਕਾਲ ਤਖਤ ਸਾਹਿਬ ਵਾਲੀ ਬਾਈ ਦੇ ਉੱਪਰ ਇੱਕ ਮੰਦਿਰ ਦੇ ਬਾਹਰ ਸੰਗਲ ਟੰਗੇ ਹੋਏ ਨੇ, ਬਾਹਰ ਲਿਖਿਆ ਹੋਇਆ ਸਵਾਮੀ ਅਨੰਤਾਨੰਦ, ਉਦਾਸੀ ਪਰੰਪਰਾ ਦੇ ਵਿੱਚੋਂ। ਇਸ ਅਖਾੜੇ ਦੇ ਵਿੱਚ ਮਹੰਤ ਨੇ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਜਿੰਨੇ ਵੀ ਉਸ ਵੇਲੇ ਦੇ ਸੰਪਰਦਾਇ ਸੀ, ਉਦਾਸੀ ਆਏ, ਨਿਰਮਲੇ ਆਏ, ਅਗੜਸ਼ਾਹੀਏ ਆਏ, ਸਨਾਤਨੀ ਆਏ, ਨਾਮਧਾਰੀਏ ਆਏ, ਇਹ ਸਾਰੇ ਇਕੱਠੇ ਹੋਏ। ਇਹਨਾਂ ਕਿਹਾ ਕਿ ਅਕਾਲੀਆਂ ਦਾ ਜਵਾਬ ਦੇਣ ਦੇ ਵਾਸਤੇ ਸਾਨੂੰ ਮੀਡੀਆ ਦੀ ਲੋੜ ਹੈ, ਅਖਬਾਰ ਸ਼ੁਰੂ ਕਰਨੀ ਪਵੇਗੀ। ਤੇ ਇਹਨਾਂ ਦੀ ਉਸ ਵੇਲੇ ਨੁਮਾਇੰਦਗੀ ਪਤਾ ਇਸ ਸੰਗਲ ਵਾਲੇ ਅਖਾੜੇ ਦੇ ਵਿੱਚ ਜਿਹੜੀ ਇਹਨਾਂ ਸਾਰੇ ਉਦਾਸੀਆਂ, ਨਿਰਮਲਿਆਂ ਤੇ ਸਨਾਤਨੀ ਲੋਕਾਂ ਦੀ ਪ੍ਰਧਾਨਗੀ ਕੀਤੀ ਹੈ, ਉਹ ਕਰਤਾਰ ਸਿੰਘ ਬੇਦੀ ਨੇ ਕੀਤੀ। ਹੁਣ ਇਹ ਕਰਤਾਰ ਸਿੰਘ ਬੇਦੀ ਕੌਣ ਸੀ? ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੇ ਪਰਿਵਾਰ ਦੇ ਵਿੱਚੋਂ ਪਾਉਂਦੇ ਸੀ ਤੇ ਖੇਮ ਸਿੰਘ ਬੇਦੀ ਦਾ ਭਤੀਜਾ ਸੀ। ਇੱਕ ਤੁਹਾਨੂੰ ਹੋਰ ਵੀ ਦੱਸ ਦੇਵਾਂ, ਸਾਡੀ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਦੇ ਵੱਲੋਂ ਰੰਧਾਵਾ ਸਾਹਿਬ ਤੁਹਾਡੇ ਘਰ ਦੇ ਅੱਗੇ ਗਏ ਸੀ, ਸਾਡੇ ਨਾਲ ਦੇ ਸਿੱਖ। ਇਹ ਮੇਰੇ ਖਿਆਲ ਨਾਲ ਕਾਂਗਰਸ ਦੇ ਵਿੱਚੋਂ ਇਹੀ ਲੀਡਰ ਨੇ ਜਿਨ੍ਹਾਂ ਨੇ ਉਹਨਾਂ ਨੂੰ ਫੇਸ ਕੀਤਾ, ਬਾਕੀ ਕਿਸੇ ਨੇ ਫੇਸ ਨਹੀਂ ਕੀਤਾ। ਸਾਰੇ ਹੀ ਚਲੇ ਗਏ। ਇਹਨਾਂ ਨੇ ਉੱਥੇ ਸੱਚ ਬੋਲਣ ਦੀ ਜਿਹੜੀ ਸੀ ਉਹ ਜ਼ੁਰਤ ਕੀਤੀ।
ਮੈਂ ਕਾਂਗਰਸ ਦੀ ਗੱਲ ਕਰਨ ਲੱਗਾ ਸੀਗਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੰਦਰਾ ਗਾਂਧੀ ਦੇ ਕਤਲ ਦੀ, ਉਸ ਵੇਲੇ ਜਦੋਂ ਅਮਿਤਾਭ ਬੱਚਨ ਦੇ ਉੱਪਰ ਇੱਕ ਦੋਸ਼ ਆਉਂਦਾ ਹੈ कि उसने नारा लाया सी कि इंदिरा गांधी के कत्ल के शीटे सिखों के घर तक पहुँचने चाहिए, जिहदा बकायदा उहदे उपर अजमेर सिंह रंधावा ने केस भी दर्ज किया। ते जिहड़ी अमिताभ बच्चन की माता है तेजी बच्चन, वो भी इसे बेदी परिवार दे विच। सो ये बड़ियां कड़ियां जुड़ियां होईयां ने, ये बड़ी गंभीरता के नाल सिख इतिहास नूं वाचण की लोड़ है।